ਮੈਂ ਇੱਕ ਗਰੀਬ ਪਰਿਵਾਰ ਤੋਂ ਸੀ ਅਤੇ ਦਿਖਣ ਵਿੱਚ ਵੀ ਕਾਲੀ ਸੀ। ਕੋਈ ਵੀ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਪਰ ਇੱਕ ਦਿਨ ਅਚਾਨਕ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੇਰੇ ਲਈ ਬਹੁਤ ਵਧੀਆ ਰਿਸ਼ਤਾ ਆਇਆ ਹੈ। ਮੈਂ ਆਪਣੇ ਰਿਸ਼ਤੇ ਬਾਰੇ ਸੁਣ ਕੇ ਖੁਸ਼ ਹੋ ਗਈ, ਕਿਉਂਕਿ ਪਹਿਲੀ ਵਾਰ ਕੋਈ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਸੀ ਅਤੇ ਉਹਨਾਂ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਵਿਆਹ ਕਰਨਾ ਹੈ। ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ, ਇਸ ਲਈ ਮੈਂ ਝੱਟ ਵਿਆਹ ਕਰਨ ਲਈ ਤਿਆਰ ਹੋ ਗਈ। ਵਿਆਹ ਦੀ ਪਹਿਲੀ ਰਾਤ ਜਦੋਂ ਮੈਂ ਆਪਣੇ ਪਤੀ ਨੂੰ ਧਿਆਨ ਨਾਲ ਦੇਖਿਆ ਤਾਂ ਮੈਂ ਬਹੁਤ ਖੁਸ਼ ਹੋਈ, ਕਿਉਂਕਿ ਮੇਰਾ ਪਤੀ ਬਹੁਤ ਸੁੰਦਰ ਸੀ। ਮੈਨੂੰ ਆਪਣੀ ਕਿਸਮਤ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੇਰੇ ਜਿਹੀ ਬਦਸੂਰਤ ਕੁੜੀ ਦਾ ਵਿਆਹ ਅਜੇ ਸੁੰਦਰ ਆਦਮੀ ਨਾਲ ਹੋਵੇਗਾ। ਉਸ ਨੂੰ ਮੇਰੀ ਬਦਸੂਰਤੀ ਤੇ ਕੋਈ ਇਤਰਾਜ਼ ਨਹੀਂ ਸੀ ਅਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਇੱਕ ਰਾਤ ਮੈਂ ਆਪਣੇ ਪਤੀ ਨੂੰ ਸਟੋਰ ਵਿੱਚ ਜਾਂਦੇ ਹੋਏ ਦੇਖਿਆ ਅਤੇ ਉਹ ਸਟੋਰ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਮੇਰਾ ਨਾਮ ਸੀਮਾ ਹੈ, ਪਰ ਸਾਰੇ ਮੈਨੂੰ ਕਾਲੀ ਕਲੂਟੀ ਕਹਿੰਦੇ ਸਨ। ਕਈ ਵਾਰ ਮੇਰੇ ਮਾਪੇ ਵੀ ਮੈਨੂੰ ਕਾਲੀ ਕਲੂਟੀ ਕਹਿ ਕੇ ਬੁਲਾਉਂਦੇ। ਉਹਨਾਂ ਦੇ ਮੂੰਹੋਂ ਇਹ ਬੋਲ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਦਾ, ਪਰ ਮੈਂ ਸੁਣਦੀ ਰਹਿੰਦੀ ਸੀ। ਕਰਦੀ ਤਾਂ ਮੈਂ ਕੀ ਕਰਦੀ, ਕਿਉਂਕਿ ਮੈਂ ਬਿਲਕੁਲ ਵੀ ਚੰਗੀ ਨਹੀਂ ਸੀ। ਮੇਰੇ ਤੋਂ ਛੋਟੀਆਂ ਮੇਰੀਆਂ 2 ਭੈਣਾਂ ਸਨ। ਜਦੋਂ ਵੀ ਕੋਈ ਮੁੰਡਾ ਮੈਨੂੰ ਦੇਖਣ ਆਉਂਦਾ ਤਾਂ ਮੇਰੀਆਂ ਛੋਟੀਆਂ ਭੈਣਾਂ ਨੂੰ ਪਸੰਦ ਕਰਕੇ ਉਹਨਾਂ ਨਾਲ ਵਿਆਹ ਕਰਵਾ ਲੈਂਦੇ। ਹੌਲੀ ਹੌਲੀ ਮੇਰੀਆਂ ਦੋਵੇਂ ਛੋਟੀਆਂ ਭੈਣਾਂ ਦਾ ਵਿਆਹ ਹੋ ਗਿਆ, ਪਰ ਮੈਂ ਅਜੇ ਵੀ ਕੁਆਰੀ ਸੀ। ਇਹ ਸਭ ਦੇਖ ਕੇ ਮੈਂ ਅੰਦਰੋਂ ਬਹੁਤ ਰੋਇਆ ਕਰਦੀ ਸੀ। ਮੈਂ ਮਨ ਵਿੱਚ ਸੋਚਦੀ ਸੀ ਕਿ ਇਹ ਦੁਨੀਆ ਸਿਰਫ ਸੁੰਦਰ ਅਤੇ ਗੋਰੇ ਲੋਕਾਂ ਲਈ ਬਣੀ ਹੈ। ਕਾਲੇ ਲੋਕਾਂ ਦੀ ਇਸ ਦੁਨੀਆ ਵਿੱਚ ਕੋਈ ਲੋੜ ਨਹੀਂ ਹੈ। ਮੈਂ ਕਿਸੇ ਨੂੰ ਕਿਉਂ ਸ਼ਿਕਾਇਤ ਕਰਦੀ ਜਦੋਂ ਮੇਰੇ ਆਪਣੇ ਮਾਪੇ ਹੀ ਮੈਨੂੰ ਬਦਸੂਰਤ ਕਹਿ ਕੇ ਬੁਲਾਉਂਦੇ। ਹੌਲੀ ਹੌਲੀ ਮੇਰੇ ਵਿਆਹ ਦੀ ਉਮਰ ਲੰਘ ਰਹੀ ਸੀ। ਮੈਨੂੰ ਅਹਿਸਾਸ ਹੋਇਆ ਕਿ ਮੇਰੇ ਮਾਪਿਆਂ ਨੂੰ ਵੀ ਹੁਣ ਮੇਰੇ ਵਿਆਹ ਦੀ ਕੋਈ ਪਰਵਾਹ ਨਹੀਂ ਹੈ। ਘਰ ਦਾ ਸਾਰਾ ਕੰਮ ਮੈਂ ਹੀ ਕਰਦੀ ਸੀ। ਜਦੋਂ ਮੇਰੀਆਂ ਭੈਣਾਂ ਸਹੁਰੇ ਘਰਾਂ ਤੋਂ ਆਉਂਦੀਆਂ ਤਾਂ ਮੈਂ ਉਹਨਾਂ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ। ਮੈਨੂੰ ਇਹ ਦੇਖ ਅਤੇ ਸੋਚ ਕੇ ਬੜੀ ਤਕਲੀਫ ਹੁੰਦੀ, ਜੇ ਅੱਜ ਮੇਰਾ ਵੀ ਵਿਆਹ ਹੋਇਆ ਹੁੰਦਾ ਤਾਂ ਪੇਕੇ ਘਰ ਆ ਕੇ ਮੇਰੀ ਵੀ ਖਾਤਰਦਾਰੀ ਹੁੰਦੀ ਅਤੇ ਪੇਕੇ ਘਰ ਮੇਰੀ ਕੁਝ ਇੱਜ਼ਤ ਹੀ ਨਹੀਂ ਸੀ। ਮੈਂ ਹਰ ਰੋਜ਼ ਰਾਤ ਨੂੰ ਅਸਮਾਨ ਵੱਲ ਵੇਖ ਕੇ ਰੱਬ ਨਾਲ ਗੱਲਾਂ ਕਰਕੇ ਰੋਂਦੀ ਅਤੇ ਕਹਿੰਦੀ ਕਿ ਵਾਹਿਗੁਰੂ, ਤੇਰੇ ਸਿਵਾਏ ਇਸ ਦੁਨੀਆ ਵਿੱਚ ਮੇਰੀ ਸੁਣਨ ਵਾਲਾ ਕੋਈ ਨਹੀਂ ਹੈ। ਹੁਣ ਤੁਸੀਂ ਹੀ ਦੱਸੋ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜੇ ਤੂੰ ਮੈਨੂੰ ਇਸ ਤਰ੍ਹਾਂ ਬਣਾਇਆ ਹੈ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ। ਇਸ ਦੁਨੀਆ 'ਤੇ ਲੋਕ ਬਹੁਤ ਮਾੜੇ ਹਨ। ਤੇਰੇ ਬਣੇ ਹੋਏ ਲੋਕ ਮੇਰੀ ਬਿਲਕੁਲ ਇੱਜ਼ਤ ਨਹੀਂ ਕਰਦੇ। ਮੇਰਾ ਸਮਾਂ ਇਸੇ ਤਰ੍ਹਾਂ ਬੀਤ ਰਿਹਾ ਸੀ। ਮੈਂ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਸੀ ਅਤੇ ਕੁਝ ਦਿਨਾਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਮੇਰੀ ਪੂਰੀ ਦੁਨੀਆ ਬਦਲ ਦਿੱਤੀ। ਸ਼ਾਇਦ ਰੱਬ ਨੇ ਮੇਰੀ ਸੁਣ ਲਈ ਸੀ, ਸ਼ਾਇਦ ਹੁਣ ਮੇਰਾ ਵੀ ਸਮਾਂ ਆ ਗਿਆ ਹੈ। ਜਦੋਂ ਮੇਰਾ ਰਿਸ਼ਤਾ ਆਇਆ, ਮੇਰੀ ਮਾਂ ਨੇ ਮੈਨੂੰ ਦੱਸਿਆ। ਇਹ ਸੁਣ ਕੇ ਮੈਂ ਬਹੁਤ ਖੁਸ਼ ਹੋ ਗਈ, ਪਰ ਉਹ ਲੋਕ ਜਲਦੀ ਤੋਂ ਜਲਦੀ ਵਿਆਹ ਕਰਵਾਉਣਾ ਚਾਹੁੰਦੇ ਸੀ। ਮੈਨੂੰ ਵਿਆਹ ਕਰਵਾਉਣ 'ਤੇ ਕੋਈ ਇਤਰਾਜ਼ ਨਹੀਂ ਸੀ ਅਤੇ ਮੈਂ ਵੀ ਵਿਆਹ ਲਈ ਹਾਂ ਕਰ ਦਿੱਤੀ, ਕਿਉਂਕਿ ਮੇਰੇ ਸਹੁਰੇ ਵਾਲੇ ਮੇਰੇ ਮਾਪਿਆਂ ਤੋਂ ਦਾਜ ਵਿੱਚ ਕੁਝ ਨਹੀਂ ਮੰਗ ਰਹੇ ਸਨ ਅਤੇ ਉਹ ਤਾਂ ਵਿਆਹ ਦਾ ਸਾਰਾ ਖਰਚਾ ਚੁੱਕਣ ਲਈ ਵੀ ਤਿਆਰ ਸਨ। ਮੈਨੂੰ ਵੀ ਇਹ ਸਭ ਬਹੁਤ ਪਸੰਦ ਆਇਆ ਅਤੇ ਮੈਂ ਵਿਆਹ ਲਈ ਹਾਂ ਕਹਿ ਦਿੱਤੀ। ਜਦੋਂ ਮੈਂ ਆਪਣੀ ਮਾਂ ਨੂੰ ਮੁੰਡੇ ਬਾਰੇ ਪੁੱਛਿਆ ਤਾਂ ਮੇਰੀ ਮਾਂ ਨੇ ਕਿਹਾ, ਮੈਂ ਮੁੰਡੇ ਨੂੰ ਦੂਰੋਂ ਦੇਖਿਆ ਹੈ, ਉਹ ਵੀ ਤੇਰੇ ਵਰਗਾ ਕਾਲਾ ਹੈ। ਮੈਨੂੰ ਉਸ ਮੁੰਡੇ ਦੀ ਸ਼ਕਲ ਬਾਰੇ ਸੁਣ ਕੇ ਮਹਿਸੂਸ ਹੋਇਆ ਉਹ ਵੀ ਕਾਲੇ ਗੋਰੇ ਲੋਕਾਂ ਤੋਂ ਵਿਤਕਰਾ ਕਰਨ ਵਾਲੀ ਦੁਨੀਆ ਦੁਆਰਾ ਸਤਾਏ ਜਾਣ ਵਾਲਾ ਮਨੁੱਖ ਹੋਵੇਗਾ। ਜਦੋਂ ਠੀਕ ਹੀ ਹੈ, ਸਾਡੀ ਦੋਵਾਂ ਦੀ ਜੋੜੀ ਫਿੱਟ ਬੈਠੇਗੀ। ਮੇਰੀ ਮੰਗਣੀ ਨਹੀਂ ਹੋਈ ਸੀ, ਸਿੱਧਾ ਅਗਲੇ ਹਫ਼ਤੇ ਮੇਰਾ ਵਿਆਹ ਸੀ। ਵਿਆਹ ਵਾਲੇ ਦਿਨ ਮੈਂ ਆਪਣੇ ਕਮਰੇ ਵਿੱਚ ਸੱਜ ਕੇ ਬੈਠੀ ਲਾੜੇ ਦੀ ਉਡੀਕ ਕਰ ਰਹੀ ਸੀ ਅਤੇ ਜਦੋਂ ਦਰਵਾਜ਼ੇ 'ਤੇ ਲਾੜਾ ਆਇਆ ਤਾਂ ਮੇਰੀਆਂ ਭੈਣਾਂ ਲਾੜੇ ਵੱਲ ਦੇਖਦੀਆਂ ਹੀ ਰਹਿ ਗਈਆਂ, ਕਿਉਂਕਿ ਉਹ ਬਹੁਤ ਸੁੰਦਰ ਸੀ। ਉਹ ਉਸੇ ਟਾਈਮ ਮੇਰੇ ਕੋਲ ਆਈਆਂ ਅਤੇ ਮੇਰੇ ਲਾੜੇ ਦੀ ਸੁੰਦਰਤਾ ਦੀ ਤਾਰੀਫ ਕਰਨ ਲੱਗੀਆਂ। ਜਦੋਂ ਮੈਂ ਉਸ ਨੂੰ ਦੱਸਿਆ ਕਿ ਮਾਂ ਤਾਂ ਆਖਦੀ ਸੀ ਕਿ ਲਾੜੇ ਦਾ ਰੰਗ ਤਾਂ ਤੇਰੇ ਵਰਗਾ ਕਾਲਾ ਹੈ, ਤਾਂ ਉਸ ਨੇ ਕਿਹਾ ਕਿ ਉਹ ਲਾੜਾ ਨਹੀਂ ਹੈ, ਉਹ ਤਾਂ ਤੁਹਾਡੇ ਪਤੀ ਦਾ ਡਰਾਈਵਰ ਸੀ। ਸੱਚਮੁੱਚ ਮੇਰਾ ਲਾੜਾ ਬਹੁਤ ਸੋਹਣਾ ਸੀ। ਉਸ ਨੂੰ ਦੇਖ ਕੇ ਮੈਂ ਖੁਦ ਵੀ ਹੈਰਾਨ ਸੀ ਕਿ ਉਹ ਮੇਰੇ ਨਾਲ ਵਿਆਹ ਕਿਉਂ ਕਰਾ ਰਿਹਾ ਹੈ। ਕਦੇ ਕਦੇ ਮੈਨੂੰ ਇਹ ਸੁਪਨਾ ਲੱਗਦਾ, ਪਰ ਇਹ ਸਭ ਹਕੀਕਤ ਹੈ। ਕਈ ਵਾਰ ਮੈਂ ਸੋਚਦੀ ਕਿ ਵਿਆਹ ਤੋਂ ਬਾਅਦ ਮੇਰਾ ਪਤੀ ਬਦਲ ਤੋਂ ਨਹੀਂ ਜਾਵੇਗਾ,
ਮੈਨੂੰ ਰੱਬ ਤੇ ਵਿਸ਼ਵਾਸ ਸੀ ਕਿ ਜਦੋਂ ਹੁਣ ਤੱਕ ਸਭ ਕੁਝ ਚੰਗਾ ਹੋ ਰਿਹਾ ਹੈ, ਭਵਿੱਖ ਵਿੱਚ ਵੀ ਚੰਗਾ ਹੀ ਹੋਵੇਗਾ। ਵਿਆਹ ਕਰਵਾ ਕੇ ਜਦੋਂ ਮੈਂ ਆਪਣੇ ਸਹੁਰੇ ਘਰ ਆਈ ਤਾਂ ਉਸ ਦਾ ਆਲੀਸ਼ਾਨ ਘਰ ਦੇਖ ਕੇ ਹੈਰਾਨ ਰਹਿ ਗਈ। ਅਜਿਹਾ ਘਰ ਮੈਂ ਟੀਵੀ ਸੀਰੀਅਲ ਵਿੱਚ ਹੀ ਦੇਖਿਆ ਸੀ। ਉਹਦਾ ਬਹੁਤ ਵੱਡਾ ਬੰਗਲਾ ਸੀ ਅਤੇ ਘਰ ਵਿੱਚ ਨੌਕਰ ਸਨ। ਇਹ ਸਭ ਦੇਖ ਕੇ ਮੈਂ ਖੁਦ ਵੀ ਨਹੀਂ ਸਮਝ ਸਕੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਫਿਰ ਵੀ ਦਿਲ ਵਿੱਚ ਕਿਤੇ ਨਾ ਕਿਤੇ ਡਰ ਜ਼ਰੂਰ ਸੀ, ਇਹ ਵੀ ਬੁਰਾ ਹੋਵੇਗਾ। ਹੁਣ ਮੇਰੇ ਸਾਰੇ ਸੁਪਨੇ ਚਕਨਾਚੂਰ ਹੋ ਜਾਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਸਭ ਕੁਝ ਵਧੀਆ ਚੱਲ ਰਿਹਾ ਸੀ। ਵਿਆਹ ਦੀ ਪਹਿਲੀ ਰਾਤ ਮੈਂ ਆਪਣੇ ਪਤੀ ਨੂੰ ਪੁੱਛਿਆ ਕਿ ਤੁਸੀਂ ਇੰਨੇ ਸੁੰਦਰ ਹੋ, ਤੁਹਾਡੇ ਕੋਲ ਇੰਨਾ ਵੱਡਾ ਘਰ ਹੈ, ਤੈਨੂੰ ਕੋਈ ਵੀ ਕੁੜੀ ਮਿਲ ਜਾਂਦੀ ਜਿਸ ਤੇ ਤੁਸੀਂ ਹੱਥ ਰੱਖਦੇ, ਉਹ ਕੁੜੀ ਤੇਰੀ ਬਣ ਜਾਂਦੀ, ਫਿਰ ਤੂੰ ਮੇਰੇ ਨਾਲ ਵਿਆਹ ਕਿਉਂ ਕੀਤਾ? ਉਸ ਨੇ ਕਿਹਾ, ਮੈਂ ਇੱਕ ਚੰਗੀ ਕੁੜੀ ਨਾਲ ਵਿਆਹ ਕਰਨਾ ਸੀ, ਜਿਵੇਂ ਤੁਸੀਂ ਕਿਹਾ ਸੀ। ਜੇ ਮੈਨੂੰ ਕੋਈ ਕੁੜੀ ਮਿਲ ਜਾਂਦੀ ਤਾਂ ਮੈਨੂੰ ਅਜਿਹੀ ਕੁੜੀ ਨਾਲ ਵਿਆਹ ਨਹੀਂ ਕਰਨਾ ਸੀ। ਮੈਂ ਤੁਹਾਡੇ ਵਰਗੀ ਚੰਗੀ ਸਮਝਦਾਰ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਸੁੰਦਰਤਾ ਬਾਹਰੋਂ ਨਹੀਂ ਦਿਸਦੀ, ਦੇਖਣ ਵਾਲੇ ਦੀਆਂ ਅੱਖਾਂ ਵਿੱਚ ਦਿਸਦੀ ਹੈ। ਮੈਨੂੰ ਆਪਣੇ ਪਤੀ ਦੀਆਂ ਇਹ ਗੱਲਾਂ ਬਹੁਤ ਵਧੀਆ ਲੱਗੀਆਂ। ਉਹ ਬਹੁਤ ਚੰਗਾ ਇਨਸਾਨ ਸੀ, ਮੈਨੂੰ ਬਹੁਤ ਪਿਆਰ ਕਰਦਾ ਸੀ। ਪਰ ਕੁਝ ਦਿਨਾਂ ਬਾਅਦ ਮੈਂ ਦੇਖਿਆ ਕਿ ਘਰ ਵਿੱਚ ਕੁਝ ਅਜੀਬ ਹੋ ਰਿਹਾ ਹੈ। ਅਜੀਬ ਇਹ ਸੀ, ਜਦੋਂ ਮੇਰੀ ਰਾਤ ਨੂੰ ਅੱਖ ਖੁੱਲ੍ਹੀ ਤਾਂ ਮੇਰਾ ਪਤੀ ਮੰਜੇ 'ਤੇ ਨਹੀਂ ਸੀ। ਇੱਕ ਰਾਤ ਫਿਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਰਾਤ ਨੂੰ ਸਾਰਾ ਘਰ ਛਾਣ ਮਾਰਿਆ, ਪਰ ਉਹ ਕਿਧਰੇ ਵੀ ਨਹੀਂ ਸੀ। ਅਤੇ ਜਦੋਂ ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ ਉਹ ਮੇਰੇ ਨਾਲ ਬੈੱਡ 'ਤੇ ਲੇਟਿਆ ਹੋਇਆ ਸੀ। ਇਹ ਸਭ ਦੇਖ ਕੇ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਰਾਤ ਨੂੰ ਅਚਾਨਕ ਕਿੱਥੇ ਚਲੇ ਜਾਂਦੇ ਹੋ ਅਤੇ ਕਦੋਂ ਵਾਪਸ ਆਉਂਦੇ ਹੋ? ਉਸ ਨੇ ਕਿਹਾ, ਪਰ ਮੈਂ ਕਿਤੇ ਨਹੀਂ ਗਿਆ, ਸਾਰੀ ਰਾਤ ਤੇਰੇ ਨਾਲ ਸੀ। ਉਸਨੇ ਮੇਰੇ ਕੋਲ ਝੂਠ ਬੋਲਿਆ। ਇਹ ਸਭ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਇਹ ਸਭ ਝੂਠ ਦੀ ਵਜ੍ਹਾ ਕੀ ਹੈ। ਫਿਰ ਮੈਂ ਕਿਹਾ, ਨਹੀਂ, ਰਾਤ ਨੂੰ ਮੈਂ ਉੱਠੀ ਸੀ, ਤੁਸੀਂ ਕਮਰੇ ਵਿੱਚ ਨਹੀਂ ਸੀ। ਉਸਨੇ ਕਿਹਾ, ਹਾਂ, ਮੈਂ ਪਾਣੀ ਪੀਣ ਗਿਆ ਸੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਸਾਰਾ ਘਰ ਛਾਣ ਮਾਰਿਆ ਸੀ। ਉਸ ਤੋਂ ਬਾਅਦ ਮੈਂ ਸੋਚਿਆ ਕਿ ਇਸ ਨੂੰ ਕੋਈ ਕੰਮ ਹੋਵੇਗਾ ਜੋ ਮੈਨੂੰ ਇਹ ਦੱਸਣਾ ਨਹੀਂ ਚਾਹੁੰਦੇ। ਫਿਰ ਮੈਂ ਇਸ ਦਾ ਦੁਬਾਰਾ ਜ਼ਿਕਰ ਨਹੀਂ ਕੀਤਾ, ਪਰ ਇਹ ਕੰਮ ਰੋਜ਼ ਦਾ ਹੋ ਗਿਆ ਸੀ। ਮੇਰਾ ਪਤੀ ਰਾਤ ਨੂੰ ਕਮਰੇ ਵਿੱਚੋਂ ਅਲੋਪ ਹੋ ਜਾਂਦਾ ਅਤੇ ਤੜਕੇ ਵਾਪਸ ਆ ਜਾਂਦਾ। ਪਤਾ ਨਹੀਂ ਉਹ ਸਾਰੀ ਰਾਤ ਕਿੱਥੇ ਰਹਿੰਦੇ ਸੀ ਅਤੇ ਪੁੱਛਣ ਤੇ ਮੈਨੂੰ ਝੂਠ ਬੋਲਦੇ। ਇੱਕ ਦਿਨ ਮੇਰਾ ਮਨ ਨਹੀਂ ਲੱਗ ਰਿਹਾ ਸੀ, ਮੈਂ ਆਪਣੇ ਪੇਕੇ ਘਰ ਆ ਗਈ ਅਤੇ ਇਹ ਸਭ ਕੁਝ ਆਪਣੀ ਮਾਂ ਨੂੰ ਦੱਸਿਆ। ਮਾਂ ਨੇ ਮੈਨੂੰ ਝਟਕਦੇ ਹੋਏ ਕਿਹਾ, ਤੁਸੀਂ ਪਾਗਲ ਕਿਉਂ ਹੋ ਰਹੇ ਹੋ? ਵਿਆਹ ਨੂੰ 2 ਮਹੀਨੇ ਹੀ ਹੋਏ ਹੈ, ਤੁਸੀਂ ਆਪਣੇ ਪਤੀ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਤੈਨੂੰ ਇੰਨਾ ਚੰਗਾ ਪਤੀ ਮਿਲਿਆ ਹੈ ਅਤੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਮੇਰੀ ਮਾਂ ਨੇ ਮੈਨੂੰ ਸਮਝਾਉਂਦੀ ਹੋਈ ਨੇ ਕਿਹਾ, ਇੰਨਾ ਵੱਡਾ ਘਰ ਅਤੇ ਘਰ ਵਿੱਚ ਨੌਕਰ ਹੈ ਅਤੇ ਇੰਨਾ ਚੰਗਾ ਪਤੀ ਜੋ ਤੈਨੂੰ ਪਿਆਰ ਕਰਦਾ ਹੈ। ਭਾਵੇਂ ਤੁਹਾਡਾ ਪਤੀ ਵੱਡੀ ਗਲਤੀ ਵੀ ਕਰਦਾ ਹੈ, ਤੁਹਾਨੂੰ ਉਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਤੁਸੀਂ ਆਪਣੀਆਂ ਭੈਣਾਂ ਵੱਲ ਦੇਖੋ, ਤੁਹਾਡੇ ਮੁਕਾਬਲੇ ਉਹਨਾਂ ਦਾ ਵਿਆਹ ਬਹੁਤ ਗਰੀਬ ਘਰ ਵਿੱਚ ਹੋਇਆ ਹੈ, ਫਿਰ ਵੀ ਗੁਜ਼ਾਰਾ ਕਰ ਰਹੀ ਹੈ। ਤੁਸੀਂ ਵੀ ਇਹਨਾਂ ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਬੰਦ ਕਰ ਦਿਓ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹਾਂ, ਕਿਉਂਕਿ ਮੈਂ ਆਪਣੇ ਪਤੀ ਨਾਲ ਆਲੀਸ਼ਾਨ ਘਰ ਅਤੇ ਨੌਕਰਾਂ ਲਈ ਵਿਆਹ ਨਹੀਂ ਕਰਵਾਇਆ। ਮੇਰੇ ਨਾਲ ਕੁਝ ਗਲਤ ਹੋ ਰਿਹਾ ਸੀ, ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਮਾਂ ਨੂੰ ਵੀ ਦੱਸਣ ਦਾ ਕੋਈ ਫਾਇਦਾ ਨਹੀਂ ਸੀ, ਇਸ ਲਈ ਮੈਂ ਸੋਚਿਆ ਕਿ ਮੈਨੂੰ ਕੁਝ ਕਰਨਾ ਪਵੇਗਾ। ਇਸ ਸਮੇਂ ਮੈਂ ਪੇਕੇ ਘਰ ਹੀ ਸੀ, ਜਿਸ ਕਾਰਨ ਮੈਨੂੰ ਚੱਕਰ ਆ ਗਿਆ ਅਤੇ ਮੈਂ ਬੇਹੋਸ਼ ਹੋ ਗਈ। ਮਾਂ ਮੈਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨਾਲ ਮੇਰੀ ਜਾਣ ਪਛਾਣ ਸੀ, ਉਹ ਮੇਰੀ ਦੋਸਤ ਸੀ। ਉੱਥੇ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਜਾ ਰਹੀ ਹਾਂ। ਇਹ ਖਬਰ ਸੁਣ ਕੇ ਮੇਰੀ ਮਾਂ ਬਹੁਤ ਖੁਸ਼ ਹੋਈ ਅਤੇ ਮੇਰੇ ਪਤੀ ਨੂੰ ਖੁਸ਼ਖਬਰੀ ਦੇਣ ਲਈ ਤੁਰੰਤ ਫੋਨ ਕਰਨ ਵਾਲੀ ਸੀ, ਪਰ ਮੈਂ ਉਸ ਨੂੰ ਨਾ ਕਰ ਦਿੱਤੀ। ਮੈਂ ਕਿਹਾ ਕਿ ਜੇ ਮੈਂ ਆਪਣੇ ਮੂੰਹੋਂ ਖੁਸ਼ਖਬਰੀ ਸੁਣਾਉਂਗੀ ਤਾਂ ਉਹਨਾਂ ਨੂੰ ਵਧੀਆ ਲੱਗੇਗਾ। ਅਗਲੇ ਦਿਨ ਮੈਂ ਆਪਣੇ ਪੇਕੇ ਘਰ ਤੋਂ ਆਪਣੇ ਪਤੀ ਦੇ ਘਰ ਆਈ ਅਤੇ ਮੈਂ ਆਪਣੇ ਗਰਭਵਤੀ ਹੋਣ ਦੀ ਖਬਰ ਆਪਣੇ ਪਤੀ ਨੂੰ ਨਹੀਂ ਦੱਸੀ। ਮੈਂ ਸੋਚਿਆ ਕਿ ਮੈਂ ਪਹਿਲਾਂ ਉਸ ਰਾਜ ਦਾ ਪਤਾ ਕਰੂੰਗੀ, ਫਿਰ ਹੀ ਮੈਂ ਖੁਸ਼ਖਬਰੀ ਸੁਣਾਉਂਗੀ। ਰਾਤ ਦਾ ਟਾਈਮ ਸੀ। ਮੇਰਾ ਪਤੀ ਮੰਜੇ ਤੋਂ ਉੱਠ ਕੇ ਸਟੋਰ ਰੂਮ ਵੱਲ ਤੁਰ ਪਿਆ। ਉਸ ਨੂੰ ਲੱਗਾ ਕਿ ਮੈਂ ਸੋ ਗਈ ਹਾਂ, ਪਰ ਮੈਨੂੰ ਨੀਂਦ ਨਹੀਂ ਆਈ। ਉਸ ਦੇ ਜਾਣ ਦੇ ਅਗਲੇ ਹੀ ਪਲ ਮੈਂ ਨੰਗੇ ਪੈਰੀ ਉਸ ਦਾ ਪਿੱਛੇ ਗਈ। ਜਦੋਂ ਉਹ ਕਮਰੇ ਦੇ ਅੰਦਰ ਪਹੁੰਚ ਗਈ ਤਾਂ ਮੈਂ ਇੱਕ ਕੋਨੇ ਵਿੱਚ ਖੜ ਕੇ ਦੇਖਣ ਲੱਗੀ, ਇੱਥੇ ਕੀ ਹੋਣ ਜਾ ਰਿਹਾ ਹੈ। ਅਤੇ ਜਦੋਂ ਮੈਂ ਉੱਥੋਂ ਦਾ ਨਜ਼ਾਰਾ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਬਿਲਕੁਲ ਹੈਰਾਨ ਸੀ।
ਕਿਉਂਕਿ ਉੱਥੇ ਇੱਕ ਬਹੁਤ ਹੀ ਸੁੰਦਰ ਔਰਤ ਸੀ। ਮੇਰੇ ਪਤੀ ਨੇ ਉਸ ਨੂੰ ਜੱਫੀ ਪਾ ਲਈ। ਉਸ ਔਰਤ ਨੇ ਮੇਰੇ ਪਤੀ ਨੂੰ ਪੁੱਛਿਆ ਕਿ ਤੁਸੀਂ ਆਉਣ ਵਿੱਚ ਦੇਰੀ ਕਿਉਂ ਕੀਤੀ। ਕਹਿਣ ਲੱਗਾ ਕਿ ਹੁਣ ਉਹ ਸੋ ਨਹੀਂ ਰਹੀ ਸੀ। ਉਸ ਔਰਤ ਨੇ ਕਿਹਾ, ਕਦੋਂ ਤੱਕ ਇਹ ਡਰਾਮਾ ਕਰਦੇ ਰਹਾਂਗੇ। ਜਿਸ ਕੰਮ ਲਈ ਅਸੀਂ ਉਸ ਨੂੰ ਲੈ ਕੇ ਆਏ ਹਾਂ ਉਹ ਕਦੋਂ ਪੂਰਾ ਹੋਵੇਗਾ। ਇਹ ਕੁੜੀ ਮਾਂ ਬਣ ਪਾਊਗੀ ਜਾਂ ਨਹੀਂ। ਜਦੋਂ ਹੀ ਇਹ ਲੜਕੀ ਮਾਂ ਬਣ ਜਾਂਦੀ ਹੈ ਅਤੇ ਅਸੀਂ ਉਸ ਦਾ ਬੱਚਾ ਲੈ ਕੇ ਉਸ ਤੋਂ ਬਾਅਦ ਅਸੀਂ ਉਸ ਨੂੰ ਕਿਤੇ ਛੁਪਾ ਦੇਵਾਂਗੇ। ਜਦੋਂ ਤੁਸੀਂ ਉਸ ਦੇ ਨਾਲ ਹੁੰਦੇ ਹੋ ਤਾਂ ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਮੇਰੇ ਪਤੀ ਨੇ ਕਿਹਾ, ਮੈਨੂੰ ਵੀ ਇਹ ਪਸੰਦ ਨਹੀਂ ਹੈ, ਪਰ ਇਹ ਮਜਬੂਰੀ ਹੈ ਜਦੋਂ ਤੱਕ ਬੱਚਾ ਨਹੀਂ ਹੋ ਜਾਂਦਾ, ਕਿਉਂਕਿ ਤੁਸੀਂ ਇਹ ਜਾਣਦੇ ਹੋ ਜੇਕਰ ਤੁਸੀਂ ਕਦੇ ਮਾਂ ਨਹੀਂ ਬਣ ਸਕਦੇ ਤਾਂ ਤੁਹਾਨੂੰ ਇਹ ਸਭ ਕਰਨਾ ਪਵੇਗਾ। ਉਸ ਔਰਤ ਨੇ ਪੁੱਛਿਆ, ਤੂੰ ਕਾਲੇ ਰੰਗ ਦੀ ਕੁੜੀ ਨਾਲ ਵਿਆਹ ਕਿਉਂ ਕੀਤਾ। ਮੇਰੇ ਪਤੀ ਨੇ ਕਿਹਾ, ਕੀ ਕਰਦਾ, ਕੋਈ ਮਿਲ ਵੀ ਨਹੀਂ ਰਹੀ ਸੀ। ਮੈਂ ਕੀ ਕਰਾਂ, ਉਹ ਗਰੀਬ ਹੈ। ਜੇਕਰ ਅਸੀਂ ਉਸ ਲੜਕੀ ਨਾਲ ਕੁਝ ਵੀ ਕਰਦੇ ਹਾਂ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਹ ਸੁਣ ਕੇ ਮੈਂ ਬਹੁਤ ਡਰ ਗਈ ਕਿਉਂਕਿ ਹੁਣ ਮੇਰੀ ਜਾਨ ਨੂੰ ਖਤਰਾ ਸੀ। ਹੁਣ ਮੈਨੂੰ ਪਤਾ ਲੱਗਾ ਕਿ ਮੇਰੇ ਪਤੀ ਨੇ ਬੱਚੇ ਲਈ ਮੇਰੇ ਨਾਲ ਵਿਆਹ ਕੀਤਾ ਸੀ, ਕਿਉਂਕਿ ਬੱਚਾ ਪੈਦਾ ਹੋਣ ਤੋਂ ਬਾਅਦ ਉਹ ਮੈਨੂੰ ਮਾਰ ਦੇਵੇਗਾ। ਪਰ ਮੈਂ ਸਾਵਧਾਨ ਸੀ ਕਿ ਮੈਂ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਬਾਰੇ ਕਿਸੇ ਨੂੰ ਨਾ ਦੱਸਾਂ ਕਿ ਮੈਂ ਮਾਂ ਬਣਨ ਵਾਲੀ ਹਾਂ, ਅਤੇ ਮੈਂ ਆਪਣੀ ਮਾਂ ਨੂੰ ਵੀ ਕਿਹਾ ਸੀ ਕਿ ਉਹ ਕਿਸੇ ਨੂੰ ਨਾ ਦੱਸੇ। ਪਰ ਮੈਂ ਇਕੱਲੇ ਇਹ ਲੋਕਾਂ ਨਾਲ ਲੜ ਵੀ ਨਹੀਂ ਸਕਦੀ ਸੀ। ਫਿਰ ਮੈਂ ਆਪਣੇ ਕਮਰੇ ਵਿੱਚ ਆ ਕੇ ਸ਼ਾਂਤ ਹੋ ਕੇ ਸੋਚਣ ਲੱਗੀ ਕਿ ਕੀ ਕਰਾਂ। ਮੈਂ ਆਪਣੇ ਡਾਕਟਰ ਦੋਸਤ ਨਾਲ ਗੱਲ ਕੀਤੀ ਅਤੇ ਉਸ ਨੂੰ ਸਾਰੀ ਗੱਲ ਦੱਸੀ। ਮੇਰੀ ਕਹਾਣੀ ਸੁਣਨ ਤੋਂ ਬਾਅਦ ਉਸਨੇ ਮੈਨੂੰ ਇੱਕ ਸਲਾਹ ਦਿੱਤੀ। ਉਹਨਾਂ ਨੇ ਕਿਹਾ, ਸੀਮਾ, ਇਹ ਲੋਕ ਬਹੁਤ ਵੱਡੇ ਲੋਕ ਹਨ, ਤੁਸੀਂ ਕਦੇ ਵੀ ਉਹਨਾਂ ਨਾਲ ਇਕੱਲੇ ਨਹੀਂ ਲੜ ਸਕਦੇ। ਅਤੇ ਜਿਉਂ ਤੇਰੀ ਮਾਂ ਇਹ ਵੀ ਕਹਿੰਦੀ ਹੈ ਕਿ ਭਾਵੇਂ ਤੁਹਾਡਾ ਪਤੀ ਕੋਈ ਵੱਡੀ ਗਲਤੀ ਵੀ ਕਰਦਾ ਹੈ, ਤੁਹਾਨੂੰ ਬਰਦਾਸ਼ਤ ਕਰਕੇ ਉਸ ਨਾਲ ਰਹਿਣਾ ਪਵੇਗਾ। ਉਹ ਫਿਰ ਤੇਰਾ ਸਾਥ ਕਿਉਂ ਦੇਵੇਗੀ। ਉਸ ਦਿਨ ਉਸ ਨੇ ਮੈਨੂੰ ਇੱਕ ਸਲਾਹ ਦਿੱਤੀ। ਅਗਲੇ 2 ਦਿਨਾਂ ਵਿੱਚ ਮੈਂ ਆਪਣੇ ਪਤੀ ਕੋਲ ਗਈ ਅਤੇ ਉਸ ਨੂੰ ਦੱਸਿਆ, ਮੈਨੂੰ ਕੱਲ੍ਹ ਚੱਕਰ ਆ ਗਿਆ ਸੀ। ਮੈਂ ਸੋਚਿਆ ਕਿ ਕੋਈ ਚੰਗੀ ਖਬਰ ਹੈ, ਇਸ ਲਈ ਮੈਂ ਡਾਕਟਰ ਕੋਲ ਗਈ। ਡਾਕਟਰ ਨੇ ਦੱਸਿਆ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ। ਇਹ ਸਭ ਕਹਿ ਕੇ ਮੈਂ ਆਪਣੇ ਪਤੀ ਦੇ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗ ਗਈ। ਇਹ ਸਭ ਸੁਣ ਕੇ ਮੇਰਾ ਪਤੀ ਵੀ ਹੈਰਾਨ ਰਹਿ ਗਿਆ। ਇਹ ਸਭ ਜਾਣਨ ਤੋਂ ਬਾਅਦ ਮੈਨੂੰ ਵੀ ਪਤਾ ਸੀ ਕਿ ਅੱਗੇ ਕੀ ਕਰਨ ਵਾਲਾ ਹੈ। ਉਹ ਅਗਲੇ ਹਫ਼ਤੇ ਤਲਾਕ ਦੇ ਕਾਗਜ਼ ਲੈ ਕੇ ਆਇਆ, ਮੈਨੂੰ ਦਸਤਖਤ ਕਰਨ ਲਈ ਕਿਹਾ। ਫਿਰ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਉਸਨੇ ਕਿਹਾ, ਜੇ ਤੁਸੀਂ ਮਾਂ ਨਹੀਂ ਬਣ ਸਕਦੇ ਮੈਂ ਤੁਹਾਨੂੰ ਆਪਣੇ ਕੋਲ ਨਹੀਂ ਰੱਖ ਸਕਦਾ, ਨਿਕਲ ਜਾਓ ਮੇਰੇ ਘਰੋਂ। ਮੈਨੂੰ ਇਹ ਦਿਖਾਵੇ ਵਾਲੀ ਦੁਨੀਆ ਬਾਰੇ ਸੋਚ ਕੇ ਬਹੁਤ ਦੁੱਖ ਹੋਇਆ, ਪਰ ਮੈਂ ਆਪਣੀ ਜਾਨ ਬਚਾਈ ਸੀ। ਆਖਰਕਾਰ ਮੈਂ ਆਪਣਾ ਬੱਚਾ ਕਿਸੇ ਹੋਰ ਨੂੰ ਕਿਉਂ ਦੇਵਾਂ। ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ। ਮੈਂ ਬਹੁਤ ਦੂਰ ਚਲੀ ਗਈ ਜਿੱਥੇ ਮੇਰੇ ਨਾਲ ਮੇਰਾ ਕੋਈ ਨਾ ਹੋਵੇ। ਮੇਰੇ ਡਾਕਟਰ ਦੋਸਤ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਇੱਕ ਪੁੱਤਰ ਨੂੰ ਜਨਮ ਦਿੱਤਾ। ਮੇਰਾ ਬੇਟਾ 5 ਸਾਲ ਦਾ ਹੋ ਗਿਆ ਹੈ ਅਤੇ ਉਸ ਨੇ ਵੀ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਮੈਂ ਇੱਕ ਛੋਟੀ ਜਿਹੀ ਨੌਕਰੀ ਕਰਦੀ ਹਾਂ ਅਤੇ ਆਪਣੀ ਦੁਨੀਆ ਵਿੱਚ ਰਹਿੰਦੀ ਹਾਂ ਅਤੇ ਇਸ ਸੰਸਾਰ ਵਿੱਚ ਬਹੁਤ ਖੁਸ਼ ਹਾਂ ਜਿਸ ਵਿੱਚ ਮੈਂ ਪਹਿਲਾਂ ਰਹਿੰਦੀ ਸੀ। ਮੇਰੇ ਚਾਹੁਣ ਵਾਲੇ ਵੀ ਮੈਨੂੰ ਚੰਗਾ ਮਾੜਾ ਕਹਿੰਦੇ ਸੀ। ਕਿਸੇ ਨੇ ਵੀ ਮੈਨੂੰ ਹੌਸਲਾ ਨਹੀਂ ਦਿੱਤਾ ਅਤੇ ਨਾ ਹੀ ਮੇਰਾ ਸਾਥ ਦਿੱਤਾ। ਮੈਂ ਆਪਣੇ ਬੇਟੇ ਦਾ ਬਹੁਤ ਵਧੀਆ ਪਾਲਣ ਪੋਸ਼ਣ ਕਰ ਰਹੀ ਸੀ ਅਤੇ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਮੈਂ ਇਸ ਦਿਖਾਵੇ ਵਾਲੇ ਰਿਸ਼ਤੇ ਵਿੱਚ ਨਹੀਂ ਸੀ।